गुड मॉर्निंग प्यारे बच्चों। ਤੁਹਾਨੂੰ याद है ਆਪਾਂ पिछले वीक ਆਪਾਂ ਕਿਹੜਾ ਚੈप्टर कर रहे सी ਚੱਕਰ ਤੇ ਅੱਜ ਆਪਾਂ ਉਸੇ ਹੀ ਚੈप्टर ਦਾ ਸੈਕਿੰਡ ਜਿਹੜਾ ਹੈ ਲੈਕਚਰ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਜ਼ਰੂਰ ਯਾਦ ਹੋਣਗੇ ਜਿਹੜੇ ਰਿਜ਼ਲਟ ਆਪਾਂ ਪਿਛਲੀ ਵਾਰ ਪੜ੍ਹੇ ਸੀਗੇ ਤੁਹਾਨੂੰ ਯਾਦ ਹਨ। ठीक है, ਅੱਜ ਆਪਾਂ ਉਹ ਟਰਮਸ ਦਾ ਦੁਬਾਰਾ ਨਹੀਂ ਕਰਾਂਗੇ लेकिन ਉਹ ਦੋ ਰਿਜ਼ਲਟ ਆਪਾਂ ਰਿਵਾਈਜ਼ ਕਰਾਂਗੇ। ਇਸ ਤੋਂ ਇਲਾਵਾ ਹੋਰ ਦੋ ਜਾਂ ਤਿੰਨ ਜਿਹੜੇ ਬੜੇ ਇੰਪੋਰਟੈਂਟ ਰਿਜ਼ਲਟ ਹੈ ਇਸ ਚੈप्टर ਦੇ ਆਪਾਂ ਉਹ ਦੇਖਾਂਗੇ कि उन्होंने असीं हल करांगे, उन्होंने सिद्ध करांगे ते फिर कुछ एक क्वेश्चन ते कुछ रचनावां जिहड़ियां बहुत इंपॉर्टेंट इस चैप्टर दे विच एक दोहां नूं आपां जरूर करांगे बच्चों, क्योंकि पेपर दे विच आम तौर ते इह जिहड़ियां रचनावां ओह पुछीआं जांदियां हन। ते बच्चों तुहाडे टीवी स्क्रीन ते देखो हुण तुहाडे सामने तुहानूं दिख रहा है चक्कर, बिल्कुल आपां इह पिछली बार आपां मैं तुहानूं समझाया सी अच्छी तरह नाल ते नाल ही उसदे सानूं की दिख रही है आर्क यानी कि चाप की हुंदी है, तुसीं देख पा रहे हो। ਤੇ ਚੱਕਰ ਆਪਾਂ ਦੱਸਿਆ ਸੀ ਕਿ ਜਿਹੜਾ ਇੱਕ ਬਿੰਦੂ ਜੇਕਰ ਕਿਸੇ ਸਥਿਰ ਬਿੰਦੂ ਤੋਂ ਇੱਕ ਚੱਕਰ ਦਾ ਜਿਹੜਾ ਬਿੰਦੂ ਪਥ ਹੈ ਜਾਂ ਉਹ ਸਾਰੇ ਬਿੰਦੂਆਂ ਦਾ ਸਮੂਹ ਜੋ ਕਿ ਇੱਕ ਸਥਿਰ ਬਿੰਦੂ ਤੋਂ ਸਮਾਨ ਦੂਰੀ ਤੇ ਹੋਣ ਉਸ ਨੂੰ ਅਸੀਂ ਚੱਕਰ ਆਖਦੇ ਹਾਂ। ਤੇ ਆਓ ਬੱਚਿਓ ਹੁਣ ਆਪਾਂ ਜਿਹੜੇ ਪਿਛਲੀ ਵਾਰ ਆਪਾਂ ਰਿਜ਼ਲਟ ਕੀਤੇ ਸੀ ਇੱਕ ਵਾਰ ਆਪਾਂ ਉਹਨਾਂ ਨੂੰ ਦੁਹਰਾਈਏ। ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੇ ਸਮਾਨ ਕੋਣ ਬਣਾਉਂਦੀਆਂ ਹਨ। ਹੁਣ ਇਹ ਬੇਟਾ ਆਪਾਂ ਇੱਕ ਵਾਰੀ ਦੇਖਦੇ ਹਾਂ ਨੂੰ कि तुहाडे सामने एक चक्कर है जिसका केंद्र की है O ते इस दियां जिहड़ियां दो जीवावां सी लै लईआं की किहड़ियां लईआं बच्चों AB अते CD ते जिहड़ियां दोवें जीवावां हन इह की हन समान, ये आपां नूं गिवन है ते तुसीं देख पा रहे हो आपां इत्थे एक दो आपां इस तरह निशान लगा दिंदे आ बेटा, जिहड़ी चीज़ समान है आपां उत्थे इस तरह कट दे छोटे ताकि पता लगे कि दोवें की हन समान हन ते केंद्र ते समान कोण बनाउंदियां हन। ਜਿਹੜੀ AB है बेटा वो केंद्र ते AOB ते ਜਿਹੜੀ ਤੁਸੀਂ देख पा रहे हो ब्लू कलर नाल ਅਸੀਂ ਉਹ एंगल दर्शाया है ਤੇ ਉਸੇ ਤਰ੍ਹਾਂ ਜਿਹੜੀ CD है जीवा ਉਹ ਕਿਹੜਾ ਕੋਣ ਬਣਾਉਂਦੀ है COD ਤੇ ਤੁਸੀਂ ਦੇਖੋ ਬੱਚਿਓ ਇਹ ਜਿਹੜੇ ਦੋਵੇਂ ਕੋਣ ਹਨ ਇਹ ਕਿਹੜੇ ਕੋਣ ਬੱਚਿਓ AOB ਤੇ COD ਆਪਸ ਵਿੱਚ ਕੀ ਹਨ ਸਮਾਨ ਹਨ। ਇਹ ਆਪਣਾ ਪਹਿਲਾ ਰਿਜ਼ਲਟ ਹੈ ਤੇ ਅਸੀਂ ਇਸ ਰਿਜ਼ਲਟ ਨੂੰ ਅੱਗੇ ਵੀ ਯੂਜ਼ ਕਰਾਂਗੇ, ਇਸ ਕਰਕੇ ਤੁਹਾਨੂੰ ਅੱਛੀ ਤਰ੍ਹਾਂ ਇਹ ਰਿਜ਼ਲਟ ਹੈ ਜਿਹੜਾ ਬੇਟੇ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਸੈਕਿੰਡ ਜਿਹੜੀ ਥਿਊਰਮ ਸੀ ਉਹ ਹੈ ਕਿ ਜੇਕਰ ਇੱਕ ਚੱਕਰ ਦੀਆਂ ਜੀਵਾਵਾਂ ਦੁਆਰਾ ਕੇਂਦਰ ਉੱਤੇ ਬਣਾਏ ਕੋਣ ਬਰਾਬਰ ਹੋਣ ਤਾਂ ਉਹ ਜੀਵਾਵਾਂ ਵੀ ਬਰਾਬਰ ਹੁੰਦੀਆਂ ਹਨ। ਤੁਹਾਨੂੰ ਯਾਦ ਹੋਏਗਾ ਤੁਹਾਨੂੰ ਮੈਂ ਇਹਨੂੰ ਐਜ਼ ਅ ਹੋਮਵਰਕ ਕਿਹਾ ਸੀ ਕਿ ਤੁਸੀਂ ਇਹਨੂੰ ਸਿੱਧ ਕਰਨਾ ਹੈ। ਪਿਛਲੀ ਥਿਊਰਮ ਤਾਂ ਮੈਂ ਤੁਹਾਨੂੰ ਸਿੱਧ ਕਰਾਈ ਸੀ, ਤੁਹਾਨੂੰ ਯਾਦ ਹੋਊਗਾ ਸਰਵੰਗ ਸਮਤਾ ਆਪਾਂ ਯੂਜ਼ ਕੀਤੀ ਸੀ ਤ੍ਰਿਭੁਜਾਂ ਦੀ ਤੇ ਇਹ ਵੀ ਤੁਸੀਂ ਮੈਨੂੰ ਉਮੀਦ ਹੈ ਤੁਸੀਂ ਕਰਕੇ ਆਏ ਹੋਵੋਗੇ। ਤੇ ਇੱਕ ਵਾਰ ਆਪਾਂ ਇਹਨੂੰ ਦੇਖਦੇ ਹਾਂ ਰਿਜ਼ਲਟ ਨੂੰ। ਕੇਂਦਰ ਹੈ ਬੱਚਿਓ ਤੇ ਸਾਡੇ ਕੋਲ ਹੁਣ ਦੋ ਜੀਵਾਵਾਂ ਹਨ AB ਅਤੇ CD, ਪਰ ਸਾਨੂੰ ਅਜੇ ਇਹ ਨਹੀਂ ਪਤਾ ਕਿ ਉਹ ਸਮਾਨ ਹਨ ਜਾਂ ਨਹੀਂ। ਕੋਈ ਵੀ ਦੋ ਜੀਵਾਵਾਂ ਹਨ ਤੇ ਦੋਨੋਂ ਜਿਹੜੇ ਕੇਂਦਰ ਤੇ ਕੋਣ ਬਣਾ ਰਹੀਆਂ ਹਨ, ਜਿਹੜਾ ਕਿ ਪਹਿਲਾ ਕੋਣ ਤੁਹਾਨੂੰ ਦਿਖਾਈ ਦੇ ਰਿਹਾ ਹੈ ਤੁਸੀਂ ਵੀ ਇਹਦਾ ਨਾਮ ਲਓ ਤਾਂ ਕਿ ਤੁਹਾਨੂੰ ਯਾਦ ਹੋਵੇ ਕਿ ਅਸੀਂ ਕਿਹੜਾ ਤੁਹਾਨੂੰ ਸਮਝ ਆਵੇ ਲਿਖਣਾ ਵੀ। ਤੇ ਤੁਹਾਨੂੰ ਪਿਛਲੀ ਵਾਰ ਮੈਂ ਇਹ ਵੀ ਕਿਹਾ ਸੀ ਕਿ ਆਪਣੀਆਂ ਕਾਪੀ ਪੈਨ ਜ਼ਰੂਰ ਲੈ ਕੇ ਆਓ, ਜੇ ਤੁਹਾਡੇ ਕੋਲ ਹੈ ਬੱਚਿਓ ਤਾਂ ਜ਼ਰੂਰ ਉਹਦੇ ਤੇ ਲਿਖਿਆ ਵੀ ਕਰੋ ਤਾਂ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ। ਤਾਂ ਐਂਗਲ AOB ਤੇ ਦੂਸਰੀ ਜਿਹੜੀ CD ਹੈ ਉਹ ਕਿਹੜਾ ਕੋਣ ਬਣਾ ਰਹੀ ਹੈ ਕੇਂਦਰ ਤੇ ਕੋਣ COD ਤੇ ਸਾਨੂੰ ਕੀ ਪਤਾ ਹੈ ਕਿ ਕੇਂਦਰ ਤੇ ਕਿਹੜੇ ਕੋਣ ਬਣਾਉਂਦੀਆਂ ਹਨ ਸਮਾਨ, ਕਿਹੜੇ ਕੋਣ ਬਣਾ ਰਹੀਆਂ ਹਨ ਸਮਾਨ ਕੋਣ ਬਣਾ ਰਹੀਆਂ ਹਨ। ਤਾਂ ਤੁਸੀਂ ਦੇਖੋ ਵੀ ਕੋਣ ਸਮਾਨ ਹਨ। ਆਪਾਂ ਇੱਕ ਅਲੱਗ ਪੇਜ ਤੇ ਦੇਖੋ ਤੁਸੀਂ ਇਹ ਦੋਵੇਂ ਕੋਣ ਕੱਟ ਕੇ ਜਿਹੜਾ ਇੱਕ ਰੈੱਡ ਨਾਲ ਇੱਕ ਯੈਲੋ ਨਾਲ ਮੈਂ ਇੱਧਰ ਤੁਹਾਡੇ ਸਾਹਮਣੇ ਕੱਟ ਕੇ ਰੱਖੇ ਹੋਏ ਹਨ, ਤੁਸੀਂ ਦੇਖ ਪਾ ਰਹੇ ਹੋ ਕਿ ਜੇ ਇੱਕ ਕੋਣ ਨੂੰ ਅਸੀਂ ਉਹਦੇ ਉੱਪਰ ਦੂਸਰੇ ਕੋਣ ਤੇ ਰੱਖਦੇ ਆ ਤਾਂ ਉਹਨੂੰ ਉਸਨੂੰ ਬਿਲਕੁਲ ਢੱਕ ਲੈਂਦਾ ਹੈ। ਇਸ ਲਈ ਇਹ ਦੋਨੋਂ ਕੋਣ ਕੀ ਹਨ ਬੱਚਿਓ ਸਮਾਨ ਹਨ। ਤਾਂ ਜਿਹੜੀਆਂ ਜੀਵਾਵਾਂ ਹਨ ਇਹਨਾਂ ਦੀ ਲੰਬਾਈ ਵੀ ਕੀ ਹੋਏਗੀ ਸਮਾਨ। ਆਪਾਂ ਇੱਥੋਂ AB ਚੱਕੀ ਬੱਚਿਓ ਤੁਸੀਂ ਦੇਖੋ ਉੱਧਰ ਤੇ ਉਸ ਤੋਂ ਬਾਅਦ ਅਸੀਂ CD ਤੁਸੀਂ ਇੱਧਰ ਦੇਖੋ ਮੈਂ ਤੁਹਾਨੂੰ ਦਿਖਾਈਆਂ ਹਨ ਦੋਨੋਂ ਜਿਹੜੀਆਂ ਜੀਵਾਵਾਂ ਇੱਥੋਂ ਲੈ ਕੇ ਕਿ ਇਹ ਦੋਨੋਂ ਜੀਵਾਵਾਂ ਕੀ ਹਨ ਬਰਾਬਰ। ਤੇ ਬੇਟਾ ਦੂਜਾ ਰਿਜ਼ਲਟ ਸੀ ਇਹਨੂੰ ਸਿੱਧ ਕਿਵੇਂ ਕਰਨਾ ਹੈ ਇਹ ਤੁਹਾਨੂੰ ਪਤਾ ਹੀ ਹੈ ਕਿ ਸਰਵੰਗ ਸਮਤਾ ਦਾ ਲੈ ਕੇ ਅਸੀਂ ਤ੍ਰਿਭੁਜਾਂ ਦੀ ਸਰਵੰਗ ਸਮਤਾ ਅਸੀਂ ਲਵਾਂਗੇ ਤੇ ਅਸੀਂ ਇਹਨਾਂ ਨੂੰ ਸਿੱਧ ਕਰ ਦਵਾਂਗੇ। ਤ੍ਰਿਭੁਜਾਂ ਸਰਵੰਗ ਸਮ ਹਨ ਤੇ CPCT ਨਾਲ ਅਸੀਂ AB ਤੇ CD ਵੀ ਸਿੱਧ ਕਰ ਦਵਾਂਗੇ। ਅੱਜ ਮੈਂ ਤੁਹਾਨੂੰ ਕਰਾਵਾਂਗੀ ਤਾਂ ਨਹੀਂ। ਹੁਣ ਬੱਚਿਓ ਬਹੁਤ ਹੀ ਧਿਆਨ ਨਾਲ ਤੁਸੀਂ ਅਸੀਂ ਇੱਕ ਨਵੀਂ ਚੀਜ਼ ਆਬਜ਼ਰਵ ਕਰਾਂਗੇ ਕਿ ਮੰਨ ਲਓ ਮੇਰੇ ਕੋਲ ਇੱਕ ਸਰਕਲ ਹੈ ਜਿਸ ਦਾ ਕੇਂਦਰ ਕੀ ਹੈ O ਤੇ ਉਹਦੇ ਉੱਤੇ ਇੱਕ ਜੀਵਾ ਹੈ ਕੀ ਹੈ ਬੱਚਿਓ ਜੀਵਾ ਦਾ ਨਾਮ AB। ਤਾਂ ਮੈਂ ਜੇ ਤੁਹਾਨੂੰ ਇੱਕ ਕੰਮ ਕਵਾਂ ਕਿ ਬੱਚਿਓ O ਤੋਂ ਤੁਸੀਂ AB ਤੇ ਸਮਝ ਰਹੇ ਹੋ ਜੀਵਾ AB ਤੇ ਇੱਕ ਲੰਬ ਖਿੱਚੋ। ਹੁਣ ਆਪਾਂ ਕਈ ਵਾਰ ਬੱਚਿਆਂ ਦੇ ਦਿਮਾਗ 'ਚ ਆਉਂਦਾ ਵੀ ਲੰਬ ਕਿਵੇਂ ਖਿੱਚਣਾ ਹੈ ਤਾਂ ਮੈਂ ਤੁਹਾਡੇ ਸਾਹਮਣੇ ਨਾਲ ਇੱਕ ਰਚਨਾ ਵੀ ਦਿਖਾਈ ਹੈ ਕਿ ਲੰਬ ਕਿਵੇਂ ਖਿੱਚਦੇ ਆ
कि जिवें मान लो ਅਸੀਂ P ਤੋਂ ਕਿਸੇ ਬਿੰਦੂ P ਤੋਂ ਇਹ ਵਾਲਾ नीचे जो रेखाखंड है लंब खिंचना ਅਸੀਂ बच्चों अपनी प्रकार यूज करके कंपस यूज करके ਅਸੀਂ ਇੱਥੇ ਇੱਕ ਚਾਪ ਲੈ ਕੇ ਇੱਕ ਚਾਪ ਲਗਾਉਂਦੇ ਹਾਂ ਸਾਹਮਣੇ ਵਾਲੀ ਰੇਖਾ ਤੇ ਫਿਰ ਇਹਨਾਂ ਦੋਨਾਂ ਬਿੰਦੂਆਂ ਤੇ ਰੱਖ ਕੇ ਅਸੀਂ ਅੱਗੇ ਚਾਪ ਲਗਾ ਕੇ ਤੇ ਸਾਡੇ ਕੋਲ ਲੰਬ ਦੀ ਜਿਹੜੀ ਰਚਨਾ ਬੱਚੇ ਹੋ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਰਚਨਾ ਅਸੀਂ ਮੈਂ ਇੱਥੇ ਸਿਰਫ ਤੁਹਾਨੂੰ ਦਿਖਾ ਦਿੱਤਾ ਕਿ ਅਸੀਂ ਕਿਵੇਂ ਕਰਦੇ ਹਾਂ। ਤਾਂ ਅਸੀਂ ਉਸੇ ਤਰ੍ਹਾਂ O ਤੋਂ ਕੇਂਦਰ ਤੋਂ ਚੱਕਰ ਦੇ ਕੇਂਦਰ ਤੋਂ ਜੀਵਾ AB ਤੇ ਅਸੀਂ ਕੀ ਖਿੱਚਦੇ ਹਾਂ ਲੰਬ ਖਿੱਚਦੇ ਹਾਂ ਬੱਚਿਓ। ठीक है आ लंब जिवें आपां ए खिंचिया बिल्कुल उसे तरह नाल असीं ये लंब खिंच दिंदे हां OD ते लंब खिंचिया इस करके बच्चे दोवें पासे किन्ने किन्ने डिग्री दे कोण बनणगे 90-90 डिग्री दे। मैं इत्थे ये तुहानूं पता ही है जिहड़ा इस तरह आपां निशान लगाने हैं ये की शो करदा है परपेंडिकुलर है यानी 90 डिग्री दा है। तां बच्चों मैं हुण की कीता एक स्केल लैके मैं इन्हां दोनों हिस्सिਆਂ ਨੂੰ नापिया यानी A तो लेके D तक फिर D तो लेके B तक। तुसी देख पा रहे हो ना बच्चों स्केल ते A तो लेके D तक कितना है 2 सेंटीमीटर और उस तो अगे भी ये कितना है 2 सेंटीमीटर। यानी कि की होया बच्चों कि दोवें हिस्से जदों मैं एक जीवा ते चक्कर दे केंद्र तो लंब खिंचिया तां उस लंब ने जीवा नूं 2 बराबर हिस्सिਆਂ ਦੇ ਵਿੱਚ ਵੰਡ ਦਿੱਤਾ। ਆਪਾਂ ਇਹ ਦੇਖ ਵੀ ਲਿਆ ਇੱਥੇ ਤੁਹਾਡੇ ਸਾਹਮਣੇ मैं करके भी दिखाया ਤੁਹਾਨੂੰ स्केल नाल। ਤੇ बेटा ਇਹ ਆਪਣੇ ਕੋਲ ਅਗਲੀ ਜਿਹੜੀ ਥਿਊਰਮ ਬਣ ਜਾਂਦੀ ਹੈ ਇੱਕ ਰਿਜ਼ਲਟ ਬਣ ਜਾਂਦਾ ਹੈ ਕਿ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਗਿਆ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਤੁਸੀਂ ਇਹਦੇ ਨਾਲ ਦੀਆਂ ਬੇਟੇ ਆਪਣੀ ਕਲਾਸ ਦੇ ਵਿੱਚ ਐਕਟੀਵਿਟੀਜ਼ ਵੀ ਕੀਤੀਆਂ ਹੋਣੀਆਂ ਨੇ ਤੇ ਆਪਾਂ ਤੁਹਾਡੇ ਸਾਹਮਣੇ ਵੀ ਇਹਨੂੰ ਆਪਾਂ ਇੱਕ ਵਾਰੀ ਦੀ ਵੈਰੀਫਿਕੇਸ਼ਨ ਵੀ ਕਰ ਲਈ ਹੈ। ਤੁਸੀਂ ਹੋਰ ਵੀ ਅਲੱਗ-ਅਲੱਗ ਰੇਡੀਅਸ ਦੇ ਸਰਕਲ ਬਣਾ ਕੇ ਬੇਟਾ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਭਾਵੇਂ ਇੱਕੋ ਹੀ ਸਰਕਲ ਬਣਾ ਲਓ ਉਹਦੇ ਵਿੱਚ ਤੁਸੀਂ अलग-अलग लंबाई ਦੀਆਂ ਜੀਵਾਵਾਂ ਖਿੱਚ ਕੇ ਕੇਂਦਰ ਤੋਂ ਉਹਨਾਂ ਦੇ ਉੱਪਰ ਤੁਸੀਂ ਬੇਟਾ ਲੰਬ ਖਿੱਚ ਕੇ ਦੇਖ ਕੇ ਕਰਕੇ ਦੇਖ ਲਓ ਹਰ ਵਾਰ ਜਿਹੜੀ ਜੀਵਾ ਹੈ ਉਹ ਕੀ ਹੋ ਜਾਂਦੀ ਹੈ ਸਮਦੁਭਾਜਿਤ ਯਾਨੀ 2 ਬਰਾਬਰ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਤਾਂ ਇਹ ਰਿਜ਼ਲਟ ਸੀ ਬੇਟਾ ਕਿ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਗਿਆ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਤੇ ਹੁਣ ਇਸ ਦੇ ਉਲਟ ਰਿਜ਼ਲਟ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਕਿ ਜਦੋਂ ਆਪਣੇ ਕੋਲ ਪਹਿਲੇ 'ਚ ਇੱਕ ਰਿਜ਼ਲਟ ਐ ਹੁੰਦੇ ਆ ਕਿ ਆਪਣੇ ਕੋਲ ਗਿਵਨ ਹੈ ਤੇ ਅਸੀਂ ਕੁਝ ਸਿੱਧ ਕਰਨਾ ਹੈ। ਉਸ ਤੋਂ ਉਲਟ ਕੀ ਹੁੰਦਾ ਹੈ ਜੋ ਪਹਿਲੇ 'ਚ ਅਸੀਂ ਸਿੱਧ ਕੀਤਾ ਉਹ ਗਿਵਨ ਬਣ ਜਾਂਦਾ ਹੈ ਅਤੇ ਜੋ ਪਹਿਲੇ 'ਚ ਗਿਵਨ ਹੁੰਦਾ ਉਸ ਨੂੰ ਅਸੀਂ ਸਿੱਧ ਕਰਨਾ ਹੈ। ਹੁਣ ਇਹਦੇ ਵਿੱਚ ਦੇਖੋ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਗਿਆ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ ਤੇ ਇਹਦਾ ਉਲਟ ਕੀ ਬਣੇਗਾ। ਹਾਂਜੀ ਦੇਖੋ ਤੁਹਾਡੇ ਸਾਹਮਣੇ ਹੈ ਬੇਟਾ ਕਿ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ ਜੀਵਾ ਉੱਤੇ ਕੀ ਹੁੰਦੀ ਹੈ ਲੰਬ ਹੁੰਦੀ ਹੈ। ਦੇਖੋ ਆਪਾਂ ਇਹਨੂੰ ਕਰਕੇ ਵੀ ਦੇਖਦੇ ਹਾਂ। ਫਿਰ ਅਸੀਂ ਬੇਟਾ ਇੱਕ ਚੱਕਰ ਲੈਂਦੇ ਹਾਂ ਤੇ ਇੱਕ ਅਸੀਂ ਕੀ ਖਿੱਚ ਲਈ AB ਉਸ ਦੀ ਜੀਵਾ ਤੇ ਹੁਣ ਜੇਕਰ ਅਸੀਂ ਬੇਟਾ AB ਨੂੰ ਸਮਦੁਭਾਜਿਤ ਕਰਨ ਲਈ ਯਾਨੀ ਸਮਦੁਭਾਜਿਤ ਕਰਨ ਲਈ ਸਾਨੂੰ ਪਹਿਲਾਂ ਇਹਦਾ ਕੀ ਪਤਾ ਕਰਦੇ ਹਾਂ ਮੱਧ ਬਿੰਦੂ ਤੇ ਜਿਹੜੀ ਅਸੀਂ ਇੱਥੇ ਰੇਖਾ ਖਿੱਚਾਂਗੇ ਇਹ ਰੇਖਾ ਉੱਤੇ ਕੀ ਹੋਵੇਗੀ ਲੰਬ ਹੋਏਗੀ। ਇਹਦੇ ਲਈ ਬੇਟਾ ਤੁਸੀਂ ਕੀ ਕਰ ਸਕਦੇ ਹੋ ਦੇਖੋ ਮੈਂ ਇੱਕ ਆਪਾਂ ਸਰਕਲ ਲੈ ਲੈਂਦੇ ਹਾਂ ਜਿਸ ਦਾ ਕੇਂਦਰ ਕੀ ਹੈ O ਤੇ ਅਸੀਂ ਇਹਦੇ ਤੇ ਕੀ ਲੈ ਲਿਆ ਬੇਟਾ ਇੱਕ ਜੀਵਾ ਲੈ ਲਈ AB ठीक है जी। ਹੁਣ ਅਸੀਂ ਜੇਕਰ ਅਸੀਂ ਪਹਿਲਾਂ ਇਹਦਾ ਮੱਧ ਬਿੰਦੂ ਪਤਾ ਕਰਨ ਦਾ ਬੇਟਾ ਆਪਾਂ ਨੂੰ ਤਰੀਕਾ ਪਤਾ ਕੀ ਹੁੰਦਾ ਪਰਪੈਂਡੀਕੂਲਰ ਬਾਈਸੈਕਟਰ ਅਸੀਂ ਖਿੱਚਦੇ ਆ ਤਾਂ ਅੱਧ ਤੋਂ ਵੱਧ ਪ੍ਰਕਾਰ ਖੋਲ ਕੇ ਅਸੀਂ A ਤੇ ਰੱਖ ਕੇ ਤੇ B ਤੇ ਰੱਖ ਕੇ ਖਾਸ ਲੈ ਕੇ ਅਰਧ ਵਿਆਸ ਚਾਪ ਦਾ ਅਸੀਂ ਇਹਨੂੰ ਖਿੱਚ ਲੈਂਦੇ ਆ ਬੇਟਾ ਤੇ ਤੁਸੀਂ ਜੇ ਦੇਖੋਗੇ ਕਿ ਜਿਹੜੀ ਇਹਦਾ ਪਰਪੈਂਡੀਕੂਲਰ ਬਾਈਸੈਕਟਰ ਹੈ ਉਹ ਆਪਣੇ ਆਪ ਹੀ ਕਿਹਦੇ ਵਿੱਚੋਂ ਨਿਕਲ ਰਿਹਾ ਹੈ ਕੇਂਦਰ ਵਿੱਚੋਂ ਨਿਕਲਦਾ ਹੈ ਠੀਕ ਹੈ ਨਾ। ਤੇ ਉਹ ਜਿਹੜੇ ਪੁਆਇੰਟ ਹੈ ਉਹ ਕਿੱਥੇ ਹੈ ਇਹਦਾ ਮੱਧ ਬਿੰਦੂ ਵੀ ਹੋ ਗਿਆ ਤੇ ਇਹਦਾ ਮਤਲਬ ਕੀ ਹੋਇਆ ਬੇਟੇ ਕਿ ਜਿਹੜੀ ਇੱਕ ਚੱਕਰ ਦੇ ਕੇਂਦਰ ਤੋਂ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ ਜੀਵਾ ਉੱਤੇ ਲੰਬ ਹੁੰਦੀ ਹੈ। ਹੁਣ ਆਪਾਂ ਲੰਬ ਕਿਵੇਂ ਕਵਾਂਗੇ ਕਿਉਂਕਿ ਅਸੀਂ ਖਿੱਚਿਆ ਕੀ ਹੈ ਪਰਪੈਂਡੀਕੂਲਰ ਬਾਈਸੈਕਟਰ। ਤੇ ਬੇਟਾ ਇਹਨੂੰ ਵੀ ਤੁਸੀਂ ਵੈਰੀਫਾਈ ਵੀ ਕਰ ਸਕਦੇ ਹੋ ਇਸ ਤਰ੍ਹਾਂ। ਚਲੋ ਮੈਂ ਤੁਹਾਨੂੰ ਇਹਦੀ ਐਕਟੀਵਿਟੀਜ਼ ਵੀ ਆਪਾਂ ਇਹਦੀਆਂ ਕਰਕੇ ਦੇਖਾਂਗੇ ਇਸ ਲੈਕਚਰ 'ਚ ਨਹੀਂ ਅਗਲੇ ਲੈਕਚਰ 'ਚ ਮੈਂ ਤੁਹਾਨੂੰ ਇਹਦੀ ਐਕਟੀਵਿਟੀਜ਼ ਇਹਦਾ ਬਿਲਕੁਲ ਪੇਪਰ ਫੋਲਡਿੰਗ ਨਾਲ ਵੀ ਆਪਾਂ ਇਹਨਾਂ ਸਾਰਿਆਂ ਦੇ ਪ੍ਰੂਫ ਹੈ ਜਿਹੜੇ ਦੇਖਾਂਗੇ। ਆਓ ਹੁਣ ਆਪਾਂ ਕੁਝ ਧਿਆਨ ਨਾਲ ਸੋਚੀਏ। ਤੁਹਾਡੇ ਸਾਹਮਣੇ ਬੇਟਾ ਸਕਰੀਨ ਤੇ ਤੁਹਾਨੂੰ ਇੱਕ ਬਿੰਦੂ ਦਿਖ ਰਿਹਾ ਹੈ P। ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਇਸ ਬਿੰਦੂ ਚੋਂ ਗੁਜ਼ਰਨ ਵਾਲੇ ਤੁਸੀਂ ਕਿੰਨੇ ਕੁ ਸਰਕਲ ਖਿੱਚ ਸਕਦੇ ਹੋ ਆਓ ਆਪਾਂ ਦੇਖੀਏ। 2 ਖਿੱਚ ਲਏ 3 ਖਿੱਚ ਲਏ ਉਸੇ ਤਰ੍ਹਾਂ ਬੇਟਾ ਤੁਸੀਂ ਅਣਗਿਣਤ ਸਰਕਲ ਤੁਸੀਂ ਖਿੱਚ ਸਕਦੇ ਹੋ ਜਿਹੜੇ ਕਿ ਇੱਕ ਦਿੱਤੇ ਹੋਏ ਬਿੰਦੂ ਦੇ ਵਿੱਚੋਂ ਨਿਕਲ ਸਕਣ। ਤਾਂ ਇਹ ਵੀ ਇੱਕ ਰਿਜ਼ਲਟ ਹੈ
कि एक दिते हुए बिंदु विचों, सिर्फ एक दिते हुए बिंदु विचों असीं अनगिनत जिहड़े सर्कल खिंच सकते हैं जो उस बिंदु विच दी गुजरदे होण। आओ हुण देखिए, जेकर तुहानूं दो बिंदु दिते होण, पहला आपां एक दिते लिया सी बिंदु P, हुण दो बिंदु जे दिते होण बच्चों, तां हुण तुसीं की अंदाजा लगा सकदे हो कि इस दे विचों किन्ने जिहड़े चक्कर है दोनों बिंदुआं विचों गुजरदे हुए किन्ने चक्कर असीं खिंच सकदे हां, कोई अंदाजा लाओ। आपां देखिए बच्चों, एक आपां खिंच लिया जिहड़ा दोनों P अते Q विचों निकलदा है, ये भी एक चक्कर असीं खिंचिया, वो भी किस चों निकल रहा है, P अते Q दोनों विचों। लो बेटा इस तरह दो बिंदुआं विचों, दो दिते हुए बिंदुआं विचों होके गुजरन वाले भी असीं अनगिनत चक्कर है बच्चों हो खिंच सकते हैं। ते हुण आपां बिंदुआं दी गिनती पहलां एक देखी, दो, हुण आपां सोचदे हां कि जेकर तीन बिंदु होण, देखो हुण असीं तीन बिंदु लै ले बच्चों, जेकर हुण तीन बिंदु है तो दो ही पॉसिबिलिटीज है, या तो तीनों बिंदु एक ही रेखा ते हन जिन्हों आपां किहड़े बिंदु कहंदे हां, सामरेखी, नहीं तां असामरेखी है। सामरेखी नूं बेटा आपां कोलिनियर पॉइंट्स बोलते हैं ते जिहड़े अपने असामरेखी है वो नॉन कोलिनियर। हुण असीं पहलां देखदे हां, जेकर वो बेटा तीनों पॉइंट्स कोलिनियर है, मतलब ए बी सी तुसीं देख रहे हो ये तीनों एक ही रेखा ते स्थित हन, इस करके ये की हन सामरेखी। तां बच्चों की तुसीं कोई इहो जिहा चक्कर खिंच सकदे हो जिहड़े तिन्नां विचों, तिन्नां सामरेखी बिंदुआं विचों दे निकलदा होवे। देखो जरा, देखो बेटा आपां ये सर्कल खिंचिया तां सी बाहर रह गया, जेकर आपां BC कोई इहो जिहा खिंचांगे कि BC दे विचों दे निकले तां A बाहर रह जाएगा, ठीक है ना। उसी तरह जेकर तुसीं AC विचों कड्ढण दी कोशिश करोगे तां फिर B नहीं आएगा। इस तरह बच्चे कि जे तीन सामरेखी बिंदु हन कोलिनियर तां उहदे विच दी लंघदा होया असीं एक भी चक्कर नहीं खिंच सकदे। हुण बेटा दूसरी की पॉसिबिलिटी है कि जेकर तीनों बिंदु की होण असामरेखी, असामरेखी का मतलब एक भी बिंदु है जिहड़ा असीं ओनू एक बिंदु नूं असीं उस रेखा तो हटा लिया, जिवें हुण तुसीं देखदे हो इत्थे बिंदु C है, तां असीं AB ते BC नूं मिलाया बेटे, ते हुण असीं देखदे हां कि ABC इस तरह असामरेखी बिंदुआं विचों होके गुजरन वाला कोई जो चक्कर है कि वो खिंचिया जा सकता है। तुसीं देख पा रहे हो बच्चों, तुसीं बड़े ध्यान नाल रचना देखो, तीन असामरेखी बिंदु लए हन असीं A B C, पहला असीं A अते B नूं मिला लिया और तीन AC नूं मिला लिया। हुण तुसीं देखो B अते C दा हो की खिंच रहा है प्रकार नाल, असीं की खिंच रहे हां बच्चों, परपेंडिकुलर बाइसैक्टर, अध तो वध प्रकार खोल के जिवें तुसीं दोवें पासे चापां लगा के, उसी तरह हुण असीं A ते B दा बेटा असीं की खिंच रहे हां, परपेंडिकुलर बाइसैक्टर। हाँ जी शाबाश, तुसीं देखो ध्यान दे नाल असीं दोवें प्रकार अध तो वध खोलनी है, ते असीं देखो बेटा दोवां जिहड़ियां असीं रेखाखंड लए असीं उन्हां दे की खिंच लए परपेंडिकुलर बाइसैक्टर, जिहड़े बिंदु ते वो आपस विच कट रहे हन असीं उसनूं की लिखिया बिंदु O, ते उत्थे रख के असीं बच्चे ओदा एक बारी तुसीं फेर देख लवो इस रचना नूं ध्यान नाल, क्योंकि ये रचना बहुत इंपॉर्टेंट है और पेपर दे विच इह आउण दी काफी संभावना हुंदी है कि कोई तीन असामरेखी बिंदुआं दे विचों गुजरदा होया एक चक्कर खिंचो। तुसीं देखना तीनों असामरेखी बिंदु लैके बेटा तुसीं मिला देना है तिन्नां बिंदुआं नूं, फिर पहले रेखाखंड दा तुसीं की खिंच लेना है परपेंडिकुलर बाइसैक्टर लंब समदुभाजक, फिर दूजे दा बेटा तुसीं की खिंच लेना है लंब समदुभाजक खिंच लेना है। देखो ध्यान नाल दोनों लंब समदुभाजक जदों तुसीं मिलाओगे ते जिहड़े बिंदु ते बेटा मिल रहे हन तुसीं देखो ओनू की लै लेना चक्कर दा केंद्र, उथों किसी भी एक बिंदु जिन्ना अर्ध व्यास खोल के तुसीं जदों चक्कर खिंचोगे बेटा तां इह जिहड़ा है तिन्नां उन्हां दे विचों दी इह जिहड़ा चक्कर है बेटे गुजरेगा, तां साडे कोल की रिजल्ट प्राप्त हुंदा है। ध्यान नाल देखो कि तीन दिते होए असामरेखी बिंदुआं विचों होके जाण वाला एक अते सिर्फ एक चक्कर है। इस तरह का बेटा ये थ्योरम का प्रूफ तो हजे तुहानू नहीं है, पर असीं इहदी वेरीफिकेशन करदे हां कि तुसीं देख पा रहे हो बिल्कुल इसे तरह नाल तुसीं इहदी जिहड़ी है रचना तुसीं करनी। हुण बेटा एक इहदा खास स्पैशल केस है कि जेकर साडे कोल तीन असामरेखी बिंदु बेटा असीं जे तुहाडे कोल की बनांदे होण एक त्रिभुज बना, तीन असामरेखी बिंदु आपां एक जे त्रिभुज बना लईए, तुसीं देख पा रहे हो
तीन बिंदु लए असी ए बी सी, रचना मैं ऑलरेडी बनी हुई दी पिक्चर लगाई हुई है। ए बी सी लए बेटा असी ए बी ते ए सी नू मिला लिया ते बी सी नू भी मिला लिया। हुणे साडे कोल की बन गया त्रिभुज। तां त्रिभुज दे विच असी कोई भी दो तुसी भुजावां लै लो त्रिभुज दियां ते तुसी उन्हां दे की खिच दोगे परपेंडिकुलर बाइसैक्टर खिच, बिल्कुल उसे तरह जिहड़ी आपां रचना कीती है पहला मैं तुहानूं वीडियो च दिखाया। ते दोनों दे तुसी इहदे विच असी किहदा खिच्चिया बेटा ए बी दा परपेंडिकुलर बाइसैक्टर खिच्चिया, फिर असी बी सी दा परपेंडिकुलर बाइसैक्टर खिच दिता बच्चों। ते किहड़े बिंदु ते मिल रहे हैं? बिंदु ओ ते। किहड़े बिंदु ते? ओ ते। फिर ओ ते बेटा तुसी अपनी प्रकार रख के अर्ध व्यास कितना लेना है, ओ बी जिन्ना ले लवो या ओ सी जिन्ना या ओ ए, तुसी चैक भी कर सकते हो बनाने तो पहला। जे इत्थे रख के तुसी अपनी प्रकार की तो तिन्ना बिंदुओं विच दी होके गुजरेगी, तुसी ये जिहड़ा चक्कर है खिच सकते हो। ते इहनूं असीं की कहने आ बच्चे? सरकम सर्कल, यानी जो सर्कल किसी दिते हुए त्रिभुज के शिखरां विच दी होके गुजरदा होवे असीं उसनूं की कहंदे हां? सरकम सर्कल या परिचक्कर। ठीक है बच्चों, तो ये भी एक अपने कोल ओदा स्पैशल उसे दा ही केस है, असामरेखी बिंदु ते त्रिभुज दा परिचक्कर। हुण बेटे असी एक क्वेश्चन करन जा रहे हैं, ये भी तुहाडी एक्सरसाइज दा क्वेश्चन है और बहुत इंपॉर्टेंट है, पेपर दे विच आउण दी बड़ी इहदी संभावना है कि एक चक्कर दी चाप दित्ती हुई है, इस चक्कर नूं पूरा करो। हुण तुहानूं पहलां तां ये याद होना चाहिए है कि चाप की हुंदी है चक्कर दी। तुहानूं मैं पिछली बार बड़ी असी आपां डिटेल नाल इस बारे पढ़िया सी कि चक्कर किहनूं कहंदे आ असी? जिहड़ा चक्कर असी बेटा जदों आपां कोई चक्कर असी आ चक्कर ड्रॉ कर लिया तां आ मान लो इहदा केंद्र है, तो जिहड़ा आ हिस्सा सारा असी इसनूं की बोलदे हां? चक्कर। तो चक्कर दा कोई एक भाग दो बिंदुआं नाल जिहड़ा एक भाग बनदा सी उसनूं की कहने आ? चक्कर दी चाप। हुण तुहानूं एक चाप दित्ती होई होवे, मान लो देखो ध्यान नाल, चाप तुहानूं दित्ती हुई है बस इस तरह, पूरा सर्कल नहीं दिता, सिर्फ एक चाप दित्ती है। ते जेकर तुहानूं कहा जावे इस चक्कर नूं तुसीं पूरा करो तां आपां चक्कर पूरा नहीं कर सकते जब तक कि आपां नूं चक्कर दा की नहीं पता हुंदा? सेंटर नहीं पता। तो असी जदों इस तरह चाप दित्ती है असी उसदा उहनूं पूरा करना बच्चों सर्कल नूं, तो उहदा तरीका की है मैं तुहानूं पहलां दसदी हां, फिर मैं तुहानूं दिखावांगी कि असी इहनूं किवें कंस्ट्रक्ट करदे हां। बेटे इहदे ते तुसीं दो जीवावां लै लवो या तीन बिंदु लै लवो, ठीक है, ते फिर तुसीं इन्हां दोनां नूं तुसीं इस तरह मिला लवो। ठीक है, उस तो बाद ये जिहड़े तीन बिंदु दा नाम आपां की रख दिंदे हां? ए बी अते सी। पहलां तुसीं बेटे ए ते बी दा की खिच देना है? परपेंडिकुलर बाइसैक्टर। फिर बी ते सी दा की खिच देना है? परपेंडिकुलर बाइसैक्टर। जिथे वो दोवें परपेंडिकुलर बाइसैक्टर मिलणगे वो की होएगा बेटा? चक्कर दा केंद्र होएगा। उस तो तुसीं अपना उसनूं केंद्र मान के और ए बी या सी किसी तक भी उसनूं खोल के उसका अर्ध व्यास लैके जिहड़ा चक्कर है बेटे तुहाडे कोल पूरा हो जाएगा। हुण मैं तुहानूं इसदी बेटा वीडियो दिखांदी हाँ कि किवें असीं इहनूं हल करना है। बहुत ध्यान नाल देखो बेटे, बड़ा इंपॉर्टेंट इहदे विच्चों या एक क्वेश्चन जिहड़ा आपां पहला कीता सी तीन असामरेखियां, एक क्वेश्चन आउण दी काफ़ी पॉसिबिलिटी हुंदी है हर वारी। देखो बेटा तुहानूं की दित्ती हुई है? आर्क दित्ती हुई है यानी चाप दित्ती हुई है, ते असीं इस नूं सर्कल नूं असीं पूरा करना किवें है? देखो बेटा असीं इहदे विच कोई भी दो तुसीं भावें दी एक कॉमन पॉइंट ले लो या दो अलग अलग जीवावां ले लो, कोई ओदी कोई रिस्ट्रिक्शन नहीं हुंदी, आपां अलग जीवावां भी ले सकते हाँ। तां असीं पहला की करदे हां बेटा, देखो पहली जीवा लई असीं ओदा असीं की खिच दिता? हाँ जी देखो परपेंडिकुलर बाइसैक्टर, परपेंडिकुलर बाइसैक्टर असीं इहदा खिच दिंदे हां। फिर जदों असीं दूसरी जीवा लैंदे हां उदों असीं ओहदा परपेंडिकुलर बाइसैक्टर, एक चीज़ का बेटा ध्यान रखना है जदों भी तुसीं लंब समदुभाजक या परपेंडिकुलर बाइसैक्टर खिंचदे हो तां प्रकार जिहड़ी तुहाडी है उसका जो अर्ध व्यास तुसीं लै रहे हो वो जिन्ना तुसीं जीवा है या जो रेखाखंड है उहदी लंबाई दे अध तो ज्यादा जरूर खुली होनी चाहिए है। तां बेटे देखो तुसीं ध्यान दे नाल असीं दो जीवावां लै लियां, दोनों दे असीं परपेंडिकुलर बाइसैक्टर है बेटे जिहड़े खिच दिते, तां जिहड़े बिंदु ते हुण ये दोनों बाइसैक्टर आपस दे विच मिल रहे हैं वो बेटे की होगा? इस चक्कर दा की होएगा? वो केंद्र होएगा। ठीक है बेटा, ते तुसीं इत्थे बेटे अपनी प्रकार रखोगे, उस तो बाद तुसीं अपनी प्रकार चाहे इत्थे रख के खोल लो, इन्नी खोल लो, इस पॉइंट ते खोल लो, इस पॉइंट तक खोल लो, उस तो बाद तुसीं इस नूं तुसीं
ਜਦੋਂ ਚਾਪ ਨਾਲ ਕੰਪਲੀਟ ਕਰੋਗੇ ਪ੍ਰਕਾਰ ਨਾਲ ਤੇ ਇਹ ਤੁਹਾਡੇ ਕੋਲ ਜਿਹੜੀ ਚਾਪ ਹੈ ਕੰਪਲੀਟ ਹੋ ਕੇ ਕੀ ਬਣ ਜਾਏਗੀ, ਸਰਕਲ ਬਣ ਜਾਏਗੀ। ਤਾਂ ਬੇਟੇ ਅੱਜ ਆਪਾਂ ਦੋ ਬੜੇ ਇੰਪੋਰਟੈਂਟ ਕੁਐਸਚਨ ਕੀਤੇ ਹੈ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਵੀ ਕਿ ਚੱਕਰ। ਔਰ ਇੱਕ ਖਾਸ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗੀ, ਜਦੋਂ ਵੀ ਇਹ ਰਚਨਾ ਆਂਦੀ ਹੈ ਤੁਸੀਂ ਉਸ ਰਚਨਾ ਦੇ ਸਟੈਪ ਵੀ ਜ਼ਰੂਰ ਲਿਖਣੇ ਹਨ। ਜਿਵੇਂ ਜਿਵੇਂ ਤੁਸੀਂ ਕੀਤਾ ਹੈ ਉਹਨੂੰ ਉਵੇਂ ਪੁਆਇੰਟਸ ਵਾਈਜ਼ 1 2 3 ਇਸ ਤਰ੍ਹਾਂ ਕਰਕੇ ਸੀਰੀਅਲ ਨੰਬਰ ਤੁਸੀਂ ਉਸ ਨੂੰ ਲਿਖਦੇ ਜਾਓ। ਹੁਣ ਬੇਟੇ ਅੱਗੇ ਹੈ ਕਿ draw different pair of circles, how many points does each pair have in common, what is the maximum number of common points। देखो बेटे आप दो सर्कल आप पेयर खिंचना है, मतलब पेयर मतलब दो सर्कल। देखो बेटे आप इस तरह भी खिंच सकते हैं। हुण मान लो ये दो सर्कल मैं खिंच दिते कि इन्हां दे विच कोई भी पॉइंट कॉमन है, इन्हां दोनों दे विच कोई पॉइंट कॉमन नहीं, मतलब नंबर ऑफ पॉइंट्स कॉमन किन्ने हैं, 0। फिर आप एक होर पेयर खिंचते हाँ, मान लो असीं खिंचिया तो एक पॉइंट जिहड़ा है बेटे इहदा की है, कॉमन। ठीक है बेटा, इत्थे एक पॉइंट कॉमन है। तो होर एक इस तरह की पॉसिबिलिटी भी हो सकती है कि सर्कल साडे कोल इस तरह बनिया होवे, कई बार बेटा कंप्यूटर स्क्रीन ते जिहड़ा पेन वो स्लाइड करदा है, तो ये बेटे इत्थे भी की बन गया, एक पॉइंट बन गया। उसी तरह दूसरी की पॉसिबिलिटी हो सकती है कि एक सर्कल है, दूसरा सर्कल उन्होंने इस तरह कटे, तो इत्थे बेटे किन्ने पॉइंट्स से कट रहे हैं, कॉमन पॉइंट। कॉमन पॉइंट्स किन्ने आ रहे इहदे विच, 2। तां उन्हें लिखा है कि ड्रॉ डिफरेंट पेयर ऑफ सर्कल्स। आपां ये क्वेश्चन जे आंदा तुसीं इस तरह दी सारियां पॉसिबिलिटीज दिखा देनियां हन, ते कि दो पेयर जे पेयर की गल करिए तां या तां कॉमन पॉइंट कोई भी नहीं होएगा, 0 जिवें कि अपना फर्स्ट केस दे विच आपां देखिया। दूसरे दे विच एक कॉमन पॉइंट हो सकता है जिवें आपां दोनों तुहानूं ड्रॉ करके दिखाए है। तीसरा जदों है कि 2 पॉइंट है जिहड़े ओह कॉमन हो सकते हैं। तां मैक्सिमम नंबर ऑफ कॉमन पॉइंट्स किन्ने हो सकते हैं बेटा, पेयर ऑफ सर्कल दे विच सिर्फ 2। हुण बेटे एक होर कंस्ट्रक्शन है कि सपोज यू आर गिवन अ सर्कल, गिव अ कंस्ट्रक्शन टू फाइंड इट्स सेंटर। कि तुहाडे कोल एक सर्कल दिता होया है, ठीक है जी, एक सर्कल डॉक्टर नूं इसदा केंद्र तुसी पता करना है। ते किवें तुसी पता करोगे केंद्र बेटे, जे तां तुहाडे कोल वैसे आपां नूं मैं तुहानूं वैसे तुहाडे हत्थ विच एक सर्कल फड़ा के दे दां कट के, मान लो कागज दा, ते जे मैं तुहानूं कहां कि तुसी इहदा बच्चों केंद्र पता करो, तुसी कर सकदे हो। किवें करदे हुन्ने आ बेटा, आपां पहलां ओनूं एक पासे हाफ फोल्ड कर लैंदे आ, फिर दूजे पासे हाफ फोल्ड कर लो, तो जिथे वो दोवें डायमीटर्स करना आपां कह दिंदे आ चक्कर दा केंद्र है। पर जे अपने कोल ड्रॉ कीता होया फिर असीं किवें फाइंड आउट करना है बेटे, बिल्कुल सेम रचना है जिहड़ी आपां हुण करके आए आ, उसे तरह दी ये रचना रजे। ओहदे इहदे विच भी आपां की करना है कि असीं 3 पॉइंट लै लवांगे इहदे ते। ठीक है बेटे, चक्कर खिंच लेना तुसीं, जे पेपर 'च क्वेश्चन आ जांदा है उत्थे चाहे तुसीं चक्कर आप खिंचिया तुहानूं पता भी है उसका केंद्र की है, लेकिन आपां उसनूं क्वेश्चन करके दे रहे हैं भी सानू एक चक्कर दिता, गिवन सर्कल भी असीं आप ही ड्रॉ कर लिया, फिर असीं ओहदा केंद्र किवें पता करांगे, 3 पॉइंट लै लेने बेटे। उसे तरह तुसीं ABC लै लिया असीं 3 पॉइंट, फिर AB अते BC नूं असीं की कर लेना बेटे, मिला लेना है। उवें फिर AB दा असीं परपेंडिकुलर बाइसैक्टर, देखो तुहाडे सामने रचना दे विच भी तुसीं देख पा रहे हो, AB दा परपेंडिकुलर बाइसैक्टर खिंच दिता। फिर बेटा असीं BC दा परपेंडिकुलर बाइसैक्टर खिंच दिता, जिथे दोवें पॉइंट मिल जाते हैं वो की हुंदा है, चक्कर दा केंद्र हुंदा है। तां बेटे ये आपां 3 अज रचनावां सेम तरह ਦੀਆਂ कीतियां। एक तां आपां की कीती कि 3 असामरेखी बिंदुओं विचों होके गुजरन वाला सिर्फ एक चक्कर हुंदा है, ओदी भी सेम रचना है। फिर बेटा सैकेंड आपां कीती कि जे तुहानूं एक आर्क दित्ती हुई है, आर्क यानी चाप दित्ती हुई है, ते उस चाप नूं तुसीं पूरा करना है, ओहदे लई भी बेटा सेम रचना। ते तीसरा ये क्वेश्चन है कि तुहानूं एक सर्कल दिता होया है ते तुसीं उस सर्कल दा केंद्र पता करना है बेटे, ओहदे लई भी आपां सेम स्टैप ऑफ कंस्ट्रक्शन करदे हां। और पेपर 'च बेटा इन्हां दे विचों कोई ना कोई अक्सर आ जांदा हुंदा, इस करके इहनूं अच्छी तरह तुसीं प्रैक्टिस भी कर लओ। हुण बेटे अपने कोल एक होर है क्वेश्चन कि इफ 2 सर्कल्स इंटरसेक्ट एट 2 पॉइंट्स प्रूव दैट देयर सेंटर्स लाई ऑन द परपेंडिकुलर बाइसेक्टर ऑफ द कॉमन कोड। हुण ये मैं क्वेश्चन तुहानूं पूरा तो हल नहीं कराऊंगी, सिर्फ तुहानूं मैं थोड़ा आइडिया दे दिंदी हाँ कि 2 सर्कल सानूं दिते हुए हैं जिन्हां दा पहले दा चक्कर दा केंद्र की है O, दूजे दा O डैश है बेटे। प्रूव दैट देयर सेंटर लाइज ऑन द परपेंडिकुलर बाइसेक्टर ऑफ द कॉमन कोड।
जेकर इन्हां दे बेटे आपां देखो ये दो किहड़े-किहड़े पॉइंट्स ते कटदे हन, पहलां ते देखो ए अते बी ते। AB is the common code of two intersecting circles, दो intersecting circle AB की है बेटे दी common code है। प्रूव आपा करना है center of both circles lie on the perpendicular bisector of chord AB। AB ਦਾ बेटा ਜਿਹੜਾ perpendicular bisector है ਉਹਦੇ ਤੇ ਜਿਹੜੇ ਹੈਗੇ ਆ ਚੱਕਰ ਦੇ ਕੇਂਦਰ ਇਹ ਕੀ ਹਨ, ਸਥਿਤ ਹਨ। ਇਹ ਆਪਾਂ ਸਿੱਧ ਕਰਨਾ ਹੈ। ਇਹਦੇ ਲਈ बेटा ਆਪਾਂ ਰਚਨਾ ਕਰਦੇ ਹਾਂ, ਪਹਿਲਾਂ ਸਭ ਨੂੰ ਆਪਾਂ ਮਿਲਾਉਂਦੇ ਹਾਂ OA OB O' ਤੇ O' B। ਹੁਣ ਇਹਦੇ ਸਟੈਪਸ ਆਪਾਂ ਕਰਾਂਗੇ, ਥੋੜਾ ਜਿਹਾ ਮੈਂ ਤੁਹਾਨੂੰ ਆਈਡੀਆ ਦੇ ਦਿੰਨੀ ਹਾਂ क्वेश्चन, क्योंकि ये भी बड़ा इंपॉर्टेंट है। ਇਹਦੇ ਲਈ बेटा पहला ਆਪਾਂ ट्रायंगल OA O' ਅਤੇ ट्रायंगल OB O', ਇਹਨਾਂ ਦੋਨਾਂ ट्रायंगल्स ਨੂੰ बेटे ਆਪਾਂ ਕੀ ਕਰ ਦਾਂਗੇ, ਸਰਵਾਂਗ ਸਮ ਸਿੱਧ ਕਰਾਂਗੇ। ਕਿਵੇਂ ਸਿੱਧ ਕਰਾਂਗੇ बेटा, ਤੁਹਾਨੂੰ ਮੈਂ ਥੋੜਾ ਜਿਹਾ ਸਟੈਪ ਦੱਸ ਦਾਂਗੀ। OA ਕਿਹਦੇ ਬਰਾਬਰ ਹੈ बेटे, OB ਦੇ। ਦੋਨਾਂ ਤ੍ਰਿਭੁਜਾਂ ਦੇ ਵਿੱਚ ਕਿਉਂ ਬਰਾਬਰ ਹੈ, ਕਿਉਂਕਿ ਇੱਕ ਹੀ ਚੱਕਰ ਦੇ ਅਰਧ ਵਿਆਸ ਹਨ। ਉਵੇਂ AO' ਅਤੇ BO' ਇਹ ਦੋਵੇਂ ਬਰਾਬਰ ਹਨ, ਇਹ ਦੂਸਰੇ ਚੱਕਰ ਦੇ ਕੀ ਹਨ, ਅਰਧ ਵਿਆਸ ਹਨ। ਤੇ O ਇਹ ਜਿਹੜੀ OO' ਹੈ ਇਹ ਕੀ ਹੈ, ਕਾਮਨ। ਤਾਂ SSS ਰੂਲ ਆਫ ਕੌਂਗਰੂਐਂਸੀ ਨਾਲ बेटा ਦੋਨੋਂ ਤ੍ਰਿਭੁਜਾਂ ਕੀ ਹੋ ਜਾਂਦੀਆਂ ਹਨ, ਸਰਵਾਂਗ ਸਮ ਹੋ ਜਾਂਦੀਆਂ ਹਨ। ਤਾਂ ਜੇ ਸਰਵਾਂਗ ਸਮ ਹੋ ਗਈਆਂ बेटा ਤਾਂ ਆਹ ਦੋਨਾਂ ਦੇ ਜਿਹੜੇ ਕੋਣ ਹੈ ਇਹ ਵੀ ਕੀ ਹੋਣਗੇ, ਬਰਾਬਰ ਬਾਈ CPCT। ਠੀਕ ਹੈ बेटे। ਫਿਰ ਉਸ ਤੋਂ ਬਾਅਦ ਤੁਸੀਂ ਇਹ ਦੋਵੇਂ ਛੋਟੇ ਤ੍ਰਿਭੁਜ ਲੈ ਲੈਣੇ ਹਨ, OAC ਤੇ OBC। ਇਹਦੇ ਵਿੱਚ बेटे ਅਸੀਂ ਇਹਨਾਂ ਨੂੰ ਸਰਵਾਂਗ ਸਮ ਸਿੱਧ ਕਰ ਦਵਾਂਗੇ। ਜੇ ਸਰਵਾਂਗ ਸਮ ਸਿੱਧ ਕਰ ਦਿੱਤਾ बेटे ਤਾਂ ਇਹਨਾਂ ਦੋਨਾਂ ਦੇ ਆ ਦੋਵੇਂ ਐਂਗਲ ਬਰਾਬਰ ਆਣਗੇ, ਜੋ ਕਿ ਕਿੰਨੇ ਦੇ ਹੋਣਗੇ, 90 ਡਿਗਰੀ ਦੇ ਹੋਣਗੇ। ਇਹ ਕੁਐਸਚਨ ਮੈਂ ਤੁਹਾਨੂੰ ਜ਼ਿਆਦਾ ਇਸ ਤੇ ਨਹੀਂ ਟਾਈਮ ਲਗਾ ਰਹੀ, ਕਿਉਂਕਿ ਇਸ ਤੋਂ ਅੱਗੇ ਬੜਾ ਇੱਕ ਇੰਪੋਰਟੈਂਟ ਰਿਜ਼ਲਟ ਹੈ ਸੀ बेटा ਜਿਹੜਾ ਸਿੱਧ ਵੀ ਕਰਨਾ ਹੈ। ਹੁਣ बेटे ਇੱਥੇ ਆਪਣੇ ਕੋਲ ਇੱਕ ਰੇਖਾਖੰਡ ਹੈ AB, ਤੁਸੀਂ ਦੇਖ ਰਹੇ ਹੋਗੇ ਰੇਖਾ ਤੇ ਅਸੀਂ ਉਹਦਾ ਰੇਖਾਖੰਡ AB ਲਿਆ ਹੋਇਆ। ਇੱਕ ਬਾਹਰ ਅਸੀਂ ਬਿੰਦੂ ਲਿਆ ਹੋਇਆ बेटा P। ਹੁਣ P ਤੋਂ ਅਸੀਂ ਇਸ ਰੇਖਾਖੰਡ ਤੇ ਅਲੱਗ-ਅਲੱਗ ਬਿੰਦੂਆਂ ਤੇ बेटा ਦੂਰੀ ਲਈ ਹੋਈ ਹੈ। ਤਾਂ ਤੁਸੀਂ ਮੈਨੂੰ ਕੀ ਦੱਸ ਸਕਦੇ ਹੋ बेटा ਕਿ ਇਹਨਾਂ ਵਿੱਚੋਂ ਸਭ ਤੋਂ ਛੋਟੀ ਦੂਰੀ ਕਿਹੜੀ ਹੋਏਗੀ, ਯਾਨੀ PL' PL2 PM। ਹਾਂਜੀ, ਆਪਾਂ ਨੂੰ ਦਿਖ ਰਿਹਾ ਹੈ ਸਭ ਤੋਂ ਛੋਟੀ ਦੂਰੀ ਇਹਦੇ ਵਿੱਚ ਕਿਹੜੀ ਹੋਏਗੀ, PM। ਸਮਝ ਰਹੇ ਹੋ। ਔਰ ਇਹ ਦੂਰੀ ਕਿਹੜੀ ਹੁੰਦੀ ਹੈ, ਲੰਬ ਦੂਰੀ। ਤਾਂ ਇਹ ਵੀ ਇੱਕ ਰਿਜ਼ਲਟ बेटा ਹੈ ਕਿ ਇੱਕ ਬਿੰਦੂ ਤੋਂ ਇੱਕ ਰੇਖਾ ਉੱਤੇ ਲੰਬ ਦੀ ਲੰਬਾਈ, ਰੇਖਾ ਦੀ ਬਿੰਦੂ ਤੋਂ ਦੂਰੀ ਹੁੰਦੀ ਹੈ। ਯਾਨੀ ਕਿ ਜੇ ਇਹ ਤਾਂ ਰਿਜ਼ਲਟ ਆਪਾਂ ਪੜ ਰਹੇ, ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਇੱਕ ਬਿੰਦੂ ਦੀ ਕਿਸੇ ਰੇਖਾਖੰਡ ਤੋਂ ਦੂਰੀ ਇੰਨੀ ਹੈ, ਉਸ ਦੂਰੀ ਦਾ ਮਤਲਬ बेटा ਕੀ ਹੁੰਦਾ ਹੈ, ਲੰਬ ਦੂਰੀ। ਯਾਨੀ ਕਿ ਜੇ ਉਹ ਇੱਕ ਬਿੰਦੂ ਤੋਂ ਅਸੀਂ ਕਿਸੇ ਰੇਖਾ ਤੇ ਲੰਬ ਖਿੱਚਾਂਗੇ ਉਹਨੂੰ ਅਸੀਂ ਉਸ ਦੀ ਦੂਰੀ ਮੰਨਾਂਗੇ। ਇਹ ਜਿਹੜੀਆਂ ਬਾਕੀ ਵੀ ਚਾਹੇ ਦੂਰੀਆਂ ਪਏ, ਇਹਨੂੰ ਅਸੀਂ ਦੂਰੀਆਂ ਨਹੀਂ ਮੰਨਦੇ, ਸਿਰਫ ਜੋ ਲੰਬ ਹੈ ਉਹਨੂੰ ਅਸੀਂ ਦੂਰੀ ਮੰਨਦੇ ਹਾਂ। ਹੁਣ बेटा ਇੱਕ ਤੁਸੀਂ ਮੈਨੂੰ ਰਿਜ਼ਲਟ ਦੇਖੋ, ਤੁਹਾਡੇ ਸਾਹਮਣੇ ਇੱਕ ਸਰਕਲ ਦਿਖ ਰਿਹਾ। ਇੱਥੇ ਮੈਂ ਇੱਕ ਕੀ ਖਿੱਚੀ ਹੈ, ਜੀਵਾ ਖਿੱਚੀ ਹੈ, ਤੇ ਇਹ ਮੈਂ ਜੀਵਾ ਕੇਂਦਰ ਤੋਂ ਜੀਵਾ ਤੇ ਕੀ ਖਿੱਚਿਆ ਹੋਇਆ बेटा, ਲੰਬ। ਤਾਂ ਦੂਰੀ ਹੋਗੀ, ਆਪਾਂ ਇਹੀ ਕਵਾਂਗੇ ਨਾ, ਲੰਬ ਖਿੱਚਿਆ ਕੀ ਹੈ, ਦੂਰੀ। ਹੁਣ ਮੈਂ ਇੱਕ ਜੀਵਾ ਹੋਰ ਖਿੱਚੀ, ਫਿਰ ਇੱਕ ਜੀਵਾ ਹੋਰ ਖਿੱਚੀ। ਹੁਣ ਤੁਸੀਂ ਇੱਕ ਚੀਜ਼ ਮੈਨੂੰ ਦੇਖੋ, ਜਿੰਨੀ ਜ਼ਿਆਦਾ ਜਿਹੜੀ ਜੀਵਾ ਹੈ, ਜੀਵਾ ਧਿਆਨ ਨਾਲ ਦੇਖੋ, ਜਿੰਨੀ ਜੀਵਾ ਦੀ ਲੰਬਾਈ ਵੱਡੀ ਹੁੰਦੀ ਜਾਂਦੀ ਹੈ ਉਨੀ ਹੀ ਜੀਵਾ ਦੀ ਕੇਂਦਰ ਤੋਂ ਜਿਹੜੀ ਦੂਰੀ ਹੈ बेटे ਉਹ ਕੀ ਹੁੰਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਇਹ ਵੀ ਇੱਕ ਰਿਜ਼ਲਟ ਹੈ ਕਿ ਜਿੰਨੀ ਜ਼ਿਆਦਾ ਜੀਵਾ ਲੰਬੀ ਹੁੰਦੀ ਜਾਂਦੀ ਹੈ, ਜੀਵਾ ਦੀ ਲੰਬਾਈ ਵੱਧਦੀ ਜਾਂਦੀ ਹੈ, ਉਨੀ ਉਸ ਦੀ ਕੇਂਦਰ ਤੋਂ ਦੂਰੀ ਘਟਦੀ ਜਾਂਦੀ ਹੈ। ਅੱਛਾ, ਮੈਨੂੰ ਹੁਣ ਤੁਸੀਂ ਗੱਲ ਦੱਸੋ, ਆਪਾਂ ਪੜਿਆ ਸੀ ਕਿ ਸਭ ਤੋਂ ਲੰਬੀ ਜੀਵਾ ਕਿਹੜੀ ਹੁੰਦੀ ਹੈ ਚੱਕਰ ਦੀ, ਚੱਕਰ ਦਾ ਵਿਆਸ। ਤਾਂ ਚੱਕਰ ਦੇ ਵਿਆਸ ਦੀ ਚੱਕਰ ਦੇ ਕੇਂਦਰ ਤੋਂ ਦੂਰੀ ਕਿੰਨੀ ਹੋਵੇਗੀ, ਹਾਂਜੀ ਸ਼ਾਬਾਸ਼, 0, ਕਿਉਂਕਿ ਜਿਹੜਾ ਵਿਆਸ ਹੈ ਉਹ ਤਾਂ ਆਪ ਹੀ ਚੱਕਰ ਦੇ ਕੇਂਦਰ ਦੇ ਵਿੱਚੋਂ ਦੀ ਲੰਘਦਾ ਹੈ। ਤਾਂ ਇਹ ਵੀ ਇੱਕ ਇਹਦਾ बेटा ਹੈ ਰਿਜ਼ਲਟ ਕਿ ਹੁਣ ਇਹਦਾ ਮਤਲਬ ਕਿਸੇ ਜੀਵਾ ਦੀ ਲੰਬਾਈ ਤੇ ਚੱਕਰ ਦੀ ਉਸ ਤੋਂ ਦੂਰੀ, ਇਹਦੇ ਵਿੱਚ ਵੀ ਆਪਸ 'ਚ ਇੱਕ ਕੋਈ ਨਾ ਕੋਈ ਸੰਬੰਧ ਜ਼ਰੂਰ ਹੈ। ਤਾਂ ਆਪਾਂ ਇਹ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਅਗਲਾ ਦੇਖਦੇ ਹਾਂ ਕਿ ਇੱਕ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਸਮਾਨ ਦੂਰੀ ਤੇ ਹੁੰਦੀਆਂ ਹਨ। ਇਹ ਰਿਜ਼ਲਟ बेटे ਬਹੁਤ ਇੰਪੋਰਟੈਂਟ ਹੈ ਕਿ ਇੱਕ ਚੱਕਰ ਦਿੱਤਾ ਜਿਸ ਦਾ ਕੇਂਦਰ O ਹੈ। ਇਹਦੀਆਂ बेटे ਦੋ ਜੀਵਾਵਾਂ ਖਿੱਚੀਆਂ ਹੋਈਆਂ ਸੀ, AB ਅਤੇ CD। ਠੀਕ ਹੈ बेटे, AB ਅਤੇ CD, ਤੇ ਇਹ ਦੋਵੇਂ ਜੀਵਾਵਾਂ बेटा ਕੀ ਹਨ, ਬਰਾਬਰ ਹਨ ਆਪਸ ਦੇ ਵਿੱਚ। ਠੀਕ ਹੈ, ਤੇ ਇਹ ਗਿਵਨ ਕੀ ਹੈ ਸਾਡੇ ਕੋਲ, ਚੱਕਰ ਜਿਸ ਦਾ ਕੇਂਦਰ ਹੋਏ, ਤੁਸੀਂ ਆਪ ਲਿਖਣਾ ਨਾ, ਚੱਕਰ ਵਿੱਚ, ਮੈਂ ਥੋੜਾ ਛੋਟਾ ਲਿਖ ਰਹੀ ਹਾਂ, ਚੱਕਰ ਵਿੱਚ ਇਹਦੀਆਂ ਜਿਹੜੀਆਂ ਚੱਕਰ ਦੀਆਂ ਜੀਵਾਵਾਂ ਹਨ ਉਹ ਕੀ ਹਨ बेटे, ਬਰਾਬਰ ਹਨ।
ठीक है बेटे। समान दूरी ते हुंदियां हन। हुण ये दूरी बेटा मैं तुहानूं हुणे दस की हुंदा है दूरी, लंब दूरी। तां असीं टू प्रूव की करना है बेटे, ਇਹ ਅਸੀਂ ਇਹਨਾਂ ਤੇ ਦੂਰੀ ਵਾਸਤੇ ਅਸੀਂ ਇਹਨਾਂ ਤੇ ਲੰਬ ਖਿੱਚੇ ਹੋਏ ਹਨ OM ਤੇ ON। ਅਸੀਂ ਪ੍ਰੂਵ ਕਰਨਾ ਹੈ ਕਿ OM ਕਿਹਦੇ ਬਰਾਬਰ ਹੈ ਬੇਟਾ, ON ਦੇ। ਤੇ ਅਸੀਂ ਇਹਦਾ ਪ੍ਰੂਫ ਕਿਵੇਂ ਕਰਾਂਗੇ, ਇਹਦੇ ਲਈ ਬੇਟਾ ਤੁਸੀਂ ਪਹਿਲਾਂ ਕੰਸਟਰਕਸ਼ਨ ਕਰ ਲਓ, OC ਅਤੇ OA ਨੂੰ ਬੇਟੇ ਮਿਲਾ ਲਓ। ਬਹੁਤ ਸੌਖਾ ਜਿਹਾ ਪ੍ਰੂਫ ਹੈ ਬੇਟੇ ਇਹਦਾ। ਇਹਨਾਂ ਨੂੰ ਤੁਸੀਂ ਮਿਲਾ ਲਿਆ। ਹੁਣ ਇਹ ਦੋਨੋਂ ਬੇਟੇ ਤੁਸੀਂ ਤ੍ਰਿਭੁਜ ਲੈ ਲੈਣੇ ਆ। ਕਿਹੜੇ ਕਿਹੜੇ ਤ੍ਰਿਭੁਜ, ਸ਼ਾਬਾਸ਼ ਨਾਮ ਬੋਲੋ, OAM ਅਤੇ ਦੂਸਰਾ ਤ੍ਰਿਭੁਜ ਕਿਹੜਾ ਲੈ ਲਿਆ ਬੇਟੇ ਆਪਾਂ, OCN। अच्छा, पहला तो तुसी मैंने एक गल दसो भी दोनों त्रिभुज किस तरह के त्रिभुज होंगे बेटे, क्योंकि आप लंब खिंचा तो ये लंब है, इधर भी लंब है 90 डिग्री, समकोण त्रिभुज है। ये बिल्कुल ठीक है, समकोण त्रिभुज ने। तो हुण असीं ये देखना इन्हां दोनों त्रिभुजां दे विच बेटा है की बराबर। सब तो पहला तो तुहानूं पता है कि OA ते OC बराबर ने। क्यों बराबर है, शाबाश बोलो। OC अते OA अते OC क्यों बराबर हैं, क्योंकि एक ही चक्कर दे की हन अर्ध व्यास। दूसरा बेटे ਆਪਾਂ ਸਭ ਤੋਂ ਪਹਿਲਾਂ ਇੱਕ ਰਿਜ਼ਲਟ ਪੜਿਆ ਸੀ ਕਿ ਚੱਕਰ ਦੇ ਕੇਂਦਰ ਤੋਂ ਚੱਕਰ ਦੀ ਜੀਵਾ ਤੇ ਖਿੱਚਿਆ ਗਿਆ ਲੰਬ ਉਸ ਨੂੰ ਕੀ ਕਰਦਾ ਹੈ, ਸਮਦੁਭਾਜਿਤ ਕਰਦਾ ਹੈ। ਇਹਦਾ ਮਤਲਬ ਬੇਟਾ ਜਿਹੜਾ AM ਹੈ, A ਤੋਂ ਲੈ ਕੇ AM, ਇਹ ਬੇਟੇ ਜਿਹੜੀ ਪੂਰੀ AB ਹੈ ਉਹਦਾ ਹਾਫ ਹੋਏਗਾ। ਉਸੇ ਤਰ੍ਹਾਂ ਜਿਹੜਾ CN ਹੈ ਬੇਟਾ ਉਹ ਕਿਹਦਾ ਹਾਫ ਹੋਏਗਾ, CD ਦਾ। ਪਰ AB ਤੇ CD ਵੀ ਕੀ ਹਨ, ਬਰਾबर। ਜੇਕਰ ਬੇਟਾ ਬਰਾबर ਹਨ, AB ਤੇ CD ਬਰਾबर ਹਨ, ਤਾਂ ਇਹਦਾ ਮਤਲਬ ਉਹਨਾਂ ਦੇ ਜਿਹੜੇ ਅੱਧ ਵੀ ਹੈ, ਮੰਨ ਲਓ ਜੇ AB ਤੇ CD 6-6 ਸੈਂਟੀਮੀਟਰ ਦੇ ਹੈ ਤਾਂ AB ਅਤੇ CD ਜਿਹੜਾ ਇਹਨਾਂ ਦਾ ਹਾਫ ਹੈ AM ਤੇ CN ਵੀ ਕਿੰਨੇ ਕਿੰਨੇ ਦੇ ਹੋਣਗੇ ਬੇਟਾ, 3-3 ਸੈਂਟੀਮੀਟਰ ਦੇ। ਤਾਂ AM ਬਰਾबर ਹੈ CN। ਤੁਸੀਂ ਬੇਟਾ ਇੱਥੇ ਲਿਖੋਗੇ ਇਹਦਾ ਪੂਰਾ ਰਿਜ਼ਲਟ ਜਿਹੜਾ ਮੈਂ ਤੁਹਾਨੂੰ ਬੋਲਿਆ ਹੈ ਕਿ ਕਿਸੇ ਚੱਕਰ ਦੇ ਕੇਂਦਰ ਤੋਂ ਜੀਵਾ ਤੇ ਖਿੱਚਿਆ ਗਿਆ ਲੰਬ ਉਸ ਨੂੰ ਕੀ ਕਰਦਾ ਹੈ, ਸਮਦੁਭਾਜਿਤ ਕਰਦਾ। ਇਹਦਾ ਆਪਾਂ ਰਿਜ਼ਲਟ ਲਿਖਾਂਗੇ ਬੇਟਾ। ਤਾਂ ਹੁਣ ਇਹ ਤੁਹਾਡੇ ਕੋਲ RHS ਕੌਂਗਰੂਐਂਸੀ ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਸਮਕੋਣ ਤ੍ਰਿਭੁਜ ਦੇ ਵਿੱਚ ਆਪਾਂ ਸਿਰਫ ਇੱਕ ਕਰਨ ਤੇ ਇੱਕ ਭੁਜਾ ਨੂੰ ਜੇ ਅਸੀਂ ਬਰਾਬਰ ਸਿੱਧ ਕਰਦੇ ਹਾਂ ਤਾਂ ਤ੍ਰਿਭੁਜਾਂ ਕੀ ਹੁੰਦੀਆਂ ਹਨ, ਸਰਵਾਂਗ ਸਮ। ਤਾਂ ਤ੍ਰਿਭੁਜ OAM ਸਰਵਾਂਗ ਸਮ ਹੈ ਤ੍ਰਿਭੁਜ OCN ਕਿਹੜੇ ਰੂਲ ਨਾਲ ਬੇਟਾ, RHS ਰੂਲ ਨਾਲ। ਤੇ ਜੇ ਹੁਣ ਇਹ ਬਰਾਬਰ ਹੈ ਬੇਟਾ ਤਾਂ ਇਹਦੇ ਤਿੰਨੋਂ ਇਹਦੇ ਸਾਰੇ ਅੰਗ ਵੀ ਬਰਾਬਰ ਹੋਣਗੇ। ਤਾਂ ਇਹਦਾ ਮਤਲਬ OM बराबर है ON बाय CPCT। मैं तो ਇਹਦਾ डिटेल च सारा समझा चुकी है पिछले लेक्चर। CPCT ਦਾ अर्थ की है ਤੇ ਬੇਟੇ ਆਪਾਂ ਚੀਜ਼ ਸਿੱਧ ਕਰ ਦਿੱਤੀ ਕਿ ਸਮਾਨ ਦੂਰੀ ਤੇ ਹੁੰਦੀਆਂ ਹਨ। ਬਹੁਤ ਹੀ ਇੰਪੋਰਟੈਂਟ ਰਿਜ਼ਲਟ ਹੈ ਬੇਟੇ, ਅੱਗੇ ਵੀ ਆਪਣੀਆਂ ਅਗਲੀਆਂ ਕਲਾਸਾਂ ਦੇ ਵਿੱਚ ਵੀ ਕੰਮ ਆਏਗਾ। ਹੁਣ ਤੁਹਾਡੇ ਲਈ ਘਰ ਦਾ ਕੰਮ, ਤੁਸੀਂ ਇਹ ਸਿੱਧ ਕਰਕੇ ਆਣਾ ਹੈ ਕਿ ਇੱਕ ਚੱਕਰ ਕੇਂਦਰ ਤੋਂ ਸਮਾਨ ਦੂਰੀ ਤੇ ਸਥਿਤ ਜੀਵਾਵਾਂ ਲੰਬਾਈ ਵਿੱਚ ਵੀ ਸਮਾਨ ਹੁੰਦੀਆਂ ਹਨ। ਇੱਕ ਚੱਕਰ ਵਿੱਚ ਕਰ ਲੈਣਾ ਬੇਟੇ ਇੱਥੇ, ਇੱਕ ਚੱਕਰ ਵਿੱਚ ਕੇਂਦਰ ਤੋਂ ਸਮਾਨ ਦੂਰੀ ਤੇ ਸਥਿਤ। ਹੁਣ ਤੁਹਾਨੂੰ ਗਿਵਨ ਹੈ ਬੇਟਾ, ਗਿਵਨ ਕੀ ਹੈ, ਚੱਕਰ ਜਿਹਦੇ ਵਿੱਚ ਦੋ ਜੀਵਾਵਾਂ ਹਨ ਜਿਹੜੀਆਂ ਕਿ ਕਿੱਥੇ ਹਨ, ਸਮਾਨ ਦੂਰੀ ਤੇ ਹਨ। ਤਾਂ ਅਸੀਂ ਸਿੱਧ ਕਰਨਾ ਹੈ ਕਿ ਇਹਨਾਂ ਦੀ ਬੇਟਾ ਜਿਹੜੀ ਲੰਬਾਈ ਵੀ ਹੈ ਸਮਾਨ ਹੋਏਗੀ। ਤੇ ਮੈਨੂੰ ਉਮੀਦ ਹੈ ਬੇਟਾ ਤੁਸੀਂ ਇਸ ਨੂੰ ਕੁਐਸਚਨ ਨੂੰ ਕਰਕੇ ਆਓਗੇ ਤੇ ਹੱਲ ਕਰਨ ਦਾ ਤਰੀਕਾ ਤੁਹਾਨੂੰ ਮੈਂ ਦੱਸਿਆ ਹੈ। ਬਿਲਕੁਲ ਆਪਾਂ ਇਹਦੇ ਵਿੱਚ ਸਰਵੰਗ ਸਮਤਾ ਲੈ ਕੇ ਦੋ ਤ੍ਰਿਭੁਜਾਂ ਦੇ ਉਹਦੇ ਬੇਸ ਤੇ ਆਪਾਂ ਇਹਨੂੰ ਕਰ ਲੈਣਾ ਹੈ ਪ੍ਰੂਫ। ਤੇ ਹੁਣ ਤੁਸੀਂ ਇੱਕ ਕੰਮ ਕਰਕੇ ਆਣਾ ਹੈ ਨੈਕਸਟ ਲੈਕਚਰ ਲਈ, ਕਿਉਂਕਿ ਆਲਮੋਸਟ ਆਪਣਾ ਰਿਜ਼ਲਟ ਇਸ ਚੈਪਟਰ ਦੇ ਸਾਰੇ ਪੂਰੇ ਹੋ ਚੁੱਕੇ ਹਨ। ਇੱਕ ਰਿਜ਼ਲਟ ਹੋਰ ਇੰਪੋਰਟੈਂਟ ਮੈਂ ਤੁਹਾਨੂੰ ਅਗਲੀ ਵਾਰ ਕਰਾਵਾਂਗੀ ਤੇ ਇਸ ਤੋਂ ਬਾਅਦ ਆਪਾਂ ਅਗਲੀ ਵਾਰ ਕੁਐਸਚਨਸ ਕਰਾਂਗੇ ਜਿਹੜੇ ਬੜੇ ਇੰਪੋਰਟੈਂਟ ਹਨ। ਤੇ ਤੁਸੀਂ ਸਾਰਿਆਂ ਨੇ ਇੱਕ ਵਾਰੀ ਇਹ ਸਾਰੇ ਜੋ ਆਪਾਂ ਰਿਜ਼ਲਟ ਪੜ੍ਹੇ ਉਹਨਾਂ ਨੂੰ ਲਿਖਣਾ ਜ਼ਰੂਰ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਰਿਜ਼ਲਟ ਪਤਾ ਹੋਣ, ਤਾਂ ਹੀ ਕਰਕੇ ਤੁਸੀਂ ਉਹਨੂੰ ਆਰਾਮ ਨਾਲ ਕੁਐਸਚਨਸ ਦੇ ਵਿੱਚ ਬੇਟਾ ਅਪਲਾਈ ਕਰ ਸਕਦੇ ਹੋ। ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਲੈਕਚਰ ਅੱਛੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਜਾ ਕੇ ਇਸ ਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰੋਗੇ। ਸਪੈਸ਼ਲੀ ਜਿਹੜੀਆਂ ਅੱਜ ਆਪਾਂ ਰਚਨਾਵਾਂ ਕੀਤੀਆਂ ਨੇ ਇਹਨਾਂ ਤਿੰਨਾਂ ਦੀ ਬੇਟਾ ਜ਼ਰੂਰ ਪ੍ਰੈਕਟਿਸ ਕਰਨਾ। ਪੇਪਰ ਦੇ ਵਿੱਚ ਇਹਨਾਂ ਵਿੱਚੋਂ ਕੁਝ ਨਾ ਕੁਝ ਅਕਸਰ ਆ ਜਾਂਦੀ ਹੈ। ਥੈਂਕ ਯੂ ਸੋ ਮਚ।